ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗੁਰਿੰਦਰ ਸਿੰਘ। ਖਬਰਾਂ ਦੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਵਿਸ਼ਵ ਪੱਧਰ ਉਤੇ ਭਾਰਤ ਹੋਇਆ ਸ਼ਰਮਸਾਰ। ਝਾਰਖੰਡ ਦੇ ਵਿੱਚ ਇੱਕ ਸਪੈਨਿਸ਼ ਔਰਤ ਨਾਲ ਹੋਇਆ ਗੈਂਗਰੇਪ ਘਟਨਾ ਦੇ 2 ਦਿਨ ਬਾਅਦ ਵੀ 3 ਮੁਲਜ਼ਮ ਫਰਾਰ। ਆਰਥਿਕ ਸੰਕਟ ਦੇ ਵਿਚਕਾਰ ਸ਼ਾਹਬਾਜ਼ ਸ਼ਰੀਫ ਨੇ ਦੂਜੀ ਵਾਰ ਸੰਭਾਲੀ ਦੇਸ਼ ਦੀ ਵਾਗਡੋਰ। ਰਾਸ਼ਟਰਪਤੀ ਆਰਿਫ ਅਲਵੀ ਨੇ ਚੁਕਾਈ ਸਹੁੰ। ਗਾਜ਼ਾ ਦੇ ਵਿੱਚ ਜੰਗਬੰਦੀ ਦਾ ਪ੍ਰਸਤਾਵ ਫੇਲ। ਹਮਾਸ ਨੇ ਇਜ਼ਰਾਈਲੀ ਕੈਦੀਆਂ ਦੀ ਨਹੀਂ ਦਿੱਤੀ ਸੂਚੀ। ਗੱਲਬਾਤ ਦਾ ਆਖਰੀ ਦੌਰ ਮੁਲਤਵੀ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ। ਤੇ ਭਾਰਤ ਦੇ ਵਿੱਚ ਹੁਣ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿਸ ਨੇ ਕਿ ਭਾਰਤ ਦਾ ਸਿਰ ਪੂਰੀ ਦੁਨੀਆ ਦੇ ਵਿੱਚ ਸ਼ਰਮ ਦੇ ਨਾਲ ਝੁਕਾ ਦਿੱਤਾ ਹੈ। ਦਰਅਸਲ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਵਿੱਚ ਸਪੇਨ ਦੀ ਇੱਕ ਔਰਤ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ 48 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ, ਪਰ ਪੁਲਿਸ ਨੇ ਅਜੇ ਤੱਕ ਸਿਰਫ 4 ਮੁਲਜ਼ਮਾਂ ਨੂੰ ਹੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਵਿਦੇਸ਼ੀ ਔਰਤ ਦੇ ਨਾਲ ਸਮੂਹਿਕ ਬਲਾਤਕਾਰ ਦੀ ਇਸ ਘਟਨਾ ਨੇ ਝਾਰਖੰਡ ਦੇ ਪੁਲਿਸ ਪ੍ਰਸ਼ਾਸਨ ਅਤੇ ਕਾਨੂੰਨ ਪ੍ਰਬੰਧ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ। ਜ਼ਿਕਰਯੋਗ ਹੈ ਕਿ ਝਾਰਖੰਡ ਵਿੱਚ ਔਰਤਾਂ ਦੇ ਖਿਲਾਫ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਨੇ। ਝਾਰਖੰਡ ਪੁਲਿਸ ਦੀ ਵੈਬਸਾਈਟ ਦੇ ਮੁਤਾਬਕ ਸੂਬੇ ਵਿੱਚ ਹਰ ਦਿਨ ਔਸਤਨ 4 ਤੋਂ ਵੱਧ ਔਰਤਾਂ ਦੇ ਨਾਲ ਬਲਾਤਕਾਰ ਦੀਆਂ ਘਟਨਾਵਾਂ ਹੁੰਦੀਆਂ ਨੇ। ਪਿਛਲੇ 9 ਸਾਲ ਦੇ ਦੌਰਾਨ ਝਾਰਖੰਡ ਵਿੱਚ ਬਲਾਤਕਾਰ ਦੀਆਂ ਕੁੱਲ 13,533 ਘਟਨਾਵਾਂ ਦਰਜ ਕੀਤੀਆਂ ਗਈਆਂ ਨੇ। तो उनको रोका गया, रोक के उन लोगों के द्वारा बताया गया कि हम लोग के साथ घटना हुई है, लगा उन लोग के साथ कुछ घटना हुई है मारपीट जैसी। चूँकि स्पेनिश इंग्लिश बोल रहे थे तो पदाधिकारी लोग को समझ में नहीं आया, तो लोग कुछ घटना हुआ बोल के हॉस्पिटल ले गए। उसी क्रम में हॉस्पिटल में उन लोग के द्वारा बताया गया डॉक्टर साहब को कि उन लोग के साथ से जो है उनके साथ लज्जा भंग की गई है। तो उसके बाद हम लोग को रात में ही सूचना दिया गया। करीब 1-1.5 बजे हम लोग को सूचना मिली कि इस तरह की घटना विदेश से आए जो बाइकर्स और टूरिस्ट थे वो लोग जा रहे थे, तो उनके साथ ऐसी घटना हुई है। क्योंकि हम लोग को पूर्व में इस तरह की कोई सूचना नहीं प्राप्त था कि इधर से कोई भी विदेशी नागरिक आ रहे हैं या जा रहे हैं। निश्चित लगातार गश्ती होती रहती है और इसी क्रम में ये सूचना मिला। तो सूचना का सत्यापन के लिए फिर पूरे टीम के साथ मैं स्वयं और पुलिस उपाधीक्षक सदर और जरमुंडी सबके साथ गया और त्वरित वहाँ पर लोग से बात किया। विदेशी महिला से भी बात किया। उन लोगों ने बताई कि उनके साथ गलत हुआ है और कुछ हुलिया भी उनके द्वारा बताया गया कि ऐसे ऐसे लोग थे, ऐसी भाषा बोल रहे थे। इस तरह की उनकी आवाज़ जो हम लोग समझ में नहीं पाए कि लोकल है या कुछ, उनको कोई आइडिया नहीं था भाषा के बारे में। तो इसी बीच में हुलिया और कुछ हम लोग को हल्का अपना सुराग लगा, जिसके आधार पर हम लोगों ने कुछ लोगों को डिटेन किया है। उसमें उन लोगों ने अपनी संलिप्तता स्वीकार की है और एक लड़के ने अपने अन्य सहयोगियों को जो इस अपराध में शामिल थे उनका भी नाम बताया है और उसके लिए हम लोग ने विशेष छापामारी दल का गठन किया है। इसका मॉनिटरिंग मेरे द्वारा किया जा रहा है। साथ ही साथ डीआईजी सर के द्वारा भी लगातार इस पर निगरानी रखी जा रही है और हम लोग प्रोफेशनल वैज्ञानिक तरीके से एफएसएल की टीम और सीआईडी की टीम का भी हम लोग सहयोग ले रहे हैं और जल्द ही जल्द जो बाकी शेष बचे जो अपराधकर्मी हैं इस घटना में शामिल, उनको अविलंब हम लोग गिरफ्तार कर लेंगे और त्वरित न्याय विचारण हेतु इसका अरेस्ट करके हम लोग त्वरित विचारण हेतु न्यायालय में अपील करेंगे और इस घटना में जो भी शामिल हैं उनको सजा दिलाई जाएगी। PMLN ਦੇ ਪ੍ਰਧਾਨ ਸ਼ਹਿਬਾਜ਼ ਸ਼ਰੀਫ ਨੇ ਅੱਜ ਪਾਕਿਸਤਾਨ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਾਲ 2022 ਤੋਂ ਬਾਅਦ ਉਹਨਾਂ ਨੇ ਦੂਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਰਾਸ਼ਟਰਪਤੀ ਆਰਿਫ ਅਲਵੀ ਨੇ ਉਹਨਾਂ ਨੂੰ ਏਵਾਨ ਸਦਰ ਦੇ ਵਿੱਚ ਆਯੋਜਿਤ ਇੱਕ ਸਮਾਰੋਹ ਦੇ ਵਿੱਚ ਅਹੁਦੇ ਦੀ ਸਹੁੰ ਚੁਕਾਈ ਹੈ।
PMLN ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਾਂਝੇ ਉਮੀਦਵਾਰ ਸ਼ਹਿਬਾਜ਼ ਸ਼ਰੀਫ ਨੂੰ 336 ਮੈਂਬਰੀ ਸਦਨ ਦੇ ਵਿੱਚ 201 ਵੋਟਾਂ ਮਿਲੀਆਂ, ਜਦਕਿ ਜੇਲ੍ਹ ਦੇ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਉਮੀਦਵਾਰ ਉਮਰ ਅਯੂਬ ਖਾਨ ਨੂੰ 92 ਵੋਟਾਂ ਮਿਲੀਆਂ। ਨਤੀਜਿਆਂ ਦਾ ਐਲਾਨ ਕਰਦੇ ਹੋਏ ਨੈਸ਼ਨਲ ਅਸੈਂਬਲੀ ਦੇ ਸਪੀਕਰ ਸਰਦਾਰ ਅਯਾਜ਼ ਸਾਦਿਕ ਨੇ ਸ਼ਹਿਬਾਜ਼ ਨੂੰ ਪਾਕਿस्तान ਦਾ 24ਵਾਂ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। और कुरान पाक सुन्नत की जुमला मुक्तज़ियात व तालीमात पर ईमान रखता हूँ कि मैं खुलूस नीयत से पाकिस्तान का हामी और वफादार रहूँगा कि मैं खलूस नीयत से पाकिस्तान का हामी और वफादार रहूँगा कि बहैसियत वज़ीर आज़म पाकिस्तान कि बहैसियत वज़ीर आज़म पाकिस्तान मैं अपने फ़राइज़ व कारहाय मनसबी मैं अपने फ़राइज़ व कारहाय मनसबी ईमानदारी अपनी इंतहाई सलाहियत अपनी इंतहाई सलाहियत और वफादारी के साथ इस्लामी जमहूरिया पाकिस्तान के दस्तूर और कानून के मुताबिक और हमेशा पाकिस्तान की खुद मुख्तारी सालमियत इस्तेहकाम यकजहती और खुशहाली के खातिर अंजाम दूंगा कि मैं इस्लामी नज़रिए को बरकरार रखने के लिए कोशा रहूँगा जो क़याम पाकिस्तान की बुनियाद है कि मैं अपने ज़ाती मफाद को अपने सरकारी काम या अपने सरकारी फैसलों पर असरअंदाज नहीं होने दूंगा कि मैं इस्लामी जमहूरिया पाकिस्तान के दस्तूर को बरकरार रखूँगा और उसका तहफ़्फ़ुज़ और दफ़ा करूँगा और ये कि मैं हर हालत में हर किस्म के लोगों के साथ बिला खौफ और रियायत और बिला रग़बत व इनाद कानून के मुताबिक इंसाफ करूँगा और ये कि मैं किसी शख्स को बिला वास्ता या बिलवास्ता किसी ऐसे मामले की न इत्तला दूंगा न इसे जाहिर करूँगा ਸ਼ਹਿਬਾਜ਼ ਸ਼ਰੀਫ ਦੇ ਪ੍ਰਧਾਨ ਮੰਤਰੀ ਬਣਦੇ ਹੀ ਆਯੂਬ ਖਾਨ ਨੇ ਇਸ ਦਾ ਵਿਰੋਧ ਕੀਤਾ। ਉਹਨਾਂ ਦੋਸ਼ ਲਾਇਆ ਕਿ ਦੇਸ਼ ਦਾ ਆਗੂ ਚੁਣਨ ਦੀ ਚੋਣ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਸਾਨੂੰ ਉਹ ਸੀਟਾਂ ਨਹੀਂ ਮਿਲੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਸਨ, ਇਸ ਲਈ ਸਪੀਕਰ, ਡਿਪਟੀ ਸਪੀਕਰ ਅਤੇ ਪ੍ਰਧਾਨ ਮੰਤਰੀ ਦੀ ਚੋਣ ਗੈਰ ਕਾਨੂੰਨੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ PTI ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿੱਚ ਵੀ ਧਾਂਦਲੀ ਦੇ ਦੋਸ਼ ਲਾਏ ਸਨ। ਉਹਨਾਂ ਅੱਗੇ ਕਿਹਾ ਹੈ ਕਿ ਜਦੋਂ ਤੱਕ ਇਮਰਾਨ ਖਾਨ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਇਆ ਜਾਂਦਾ ਉਹ ਇਸ ਦਾ ਵਿਰੋਧ ਕਰਨਗੇ। कि शहबाज शरीफ इस हाउस का मेंबर हो नहीं सकता क्योंकि वो फॉर्म 47 के जरिए जाली तौर पे इस हाउस में आया है और आज जो शहबाज शरीफ ने तकरीर भी की उससे साफ जाहिर होता है कि उसके पास कोई इमेजिनेशन नहीं है, कोई प्लान मुल्क को चलाने के लिए नहीं है। और मैंने अपने फ्लोर ऑफ द हाउस पे अपनी तकरीर पे इस चीज़ का जिक्र किया कि शहबाज शरीफ की तकरीर लगता है कि किसी रिटायर होने वाले सेक्शन ऑफिसर साहब ने लिखी होगी और वो भी कोई आज से 25 साल पहले जो मंसूबे थे वो उन्होंने निकाल के वहाँ पे रख दिए। शहबाज शरीफ की हाईलाइट स्पीच की ये थी कि हम लोग ट्यूबवेल का सोचेंगे कि हम लोग किसानों को किस तरह ट्यूबवेल देंगे, तरीक़ाकार देना, किस तरह उसको अमली जामा पहनाना, वो उनके पास नहीं था। उसकी वजह कि इनके पास मुल्क चलाने का तरीक़ाकार या मंसूबा है ही नहीं। ये चोर मार्का दोम हुकूमत एक बार फिर बनने जा रही है। PDM 2 हुकूमत है, इनका एक ही मोटो है, एक ही नारा है, चोरी करो तो फुटो। उसके अलावा ये काम कर ही नहीं सकते। मुल्क पे कर्जा शहबाज शरीफ के बकौल
80 ट्रिलियन रुपीस तक पहुंच गया है। हमारे फॉरेन एक्सचेंज रिजर्व्स तेजी से गिर रहे हैं, 7-8 अरब डॉलर पे हैं और अगले 1.5-2 महीने में तकरीबन 1 अरब से ज्यादा के हमारे बॉन्ड पेमेंट्स आ रही हैं। हमारे कारोबार का बेड़ा गर्क हो चुका है। 86% हमारा प्राइवेट सेक्टर का हजम कम हो चुका है, प्राइवेट सेक्टर क्रेडिट का। हमारी जो चलती हुई मईशत थी, 6% ग्रोथ रेट से जो मईशत बढ़ रही थी, रेल पे पैसों की कारोबार बढ़ रहा था, इंडस्ट्री चल रही थी, मुलाजमतें आ रही थी, वो सब के सब बंद होके और मनफी ग्रोथ रेट पे जीडीपी खत्म हुआ, यानी कि मईशत का हुजम सुकड़ ਗਿਆ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਇਸ ਸਮੇਂ ਆਸਟ੍ਰੇਲੀਆ ਦੇ ਦੌਰੇ ਉੱਤੇ ਨੇ। ਅੱਜ ਮੈਲਬੌਰਨ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਨਾਲ ਮੁਲਾਕਾਤ ਕੀਤੀ। ਦੋਹਾਂ ਆਗੂਆਂ ਨੇ ਮੀਟਿੰਗ ਤੋਂ ਬਾਅਦ ਸਾਂਝੇ ਤੌਰ ਉੱਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਐਂਥਨੀ ਅਲਬਾਨੀਜ਼ ਨੇ ਕਿਹਾ ਹੈ ਕਿ ਮਲੇਸ਼ੀਆ ਆਸਟ੍ਰੇਲੀਆ ਦਾ ਪ੍ਰਮੁੱਖ ਖੇਤਰੀ ਭਾਈਵਾਲ ਹੈ। ਇਸ ਮੌਕੇ ਉਹਨਾਂ ਆਸਟ੍ਰੇਲੀਅਨ ਅਤੇ ਮਲੇਸ਼ੀਅਨ ਟੈਕਨੋਲੋਜੀ ਕੰਪਨੀਆਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਾਸਤੇ ਇੱਕ ਨਵੇਂ ਸਮਝੌਤੇ ਦਾ ਵੀ ਐਲਾਨ ਕੀਤਾ ਹੈ। Today, Prime Minister Anwar and I agreed to deepen partnerships between our universities and other vocational training institutions through a new Memorandum of Understanding on higher education. I'm also pleased to announce today our new Memorandum of Understanding on Youth and Sport, which will provide great opportunities for the next generation of Australian and Malaysian young sports people to train and develop side by side. As two of the region's democracies, I am proud that Australia is supporting Prime Minister Anwar's institutional reform agenda through the Australia-Malaysia Institutional Strengthening Program. This is already working to strengthen government transparency and integrity. Our extensive defence cooperation, underpinned by our membership of the 5 Power Defence Arrangements and the Malaysia-Australia Joint Defence Program, was high on today's agenda. We also announced an MOU on the Comprehensive Nuclear Test Ban Treaty to enable data sharing and capacity building in nuclear non-proliferation between our two countries. The Prime Minister and I also discussed our joint commitment to better manage cyber threats. Going forwards, Australia and Malaysia will be able to engage in more comprehensive information sharing and cyber skills development, and we will work closely together on immigration and border issues. I'm delighted Prime Minister Anwar will join ASEAN leaders and myself at the special summit for the 50th anniversary of Australia-ASEAN dialogue relations in Melbourne here this week. Australia's security and prosperity are intertwined with those of Southeast Asia. This is why deepening Australia's partnerships in Southeast Asia remains high on the government's agenda. If Australia and Malaysia work more closely together, building on our long history of cooperation and trust for one another, we can shape the kind of region that we both seek. And the friendship between our two countries will only reach new heights. ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 5 ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਕਿਹਾ ਜਾ ਰਿਹਾ ਸੀ ਕਿ ਇੱਕ ਵਾਰ ਫਿਰ ਜੰਗ ਥੋੜੇ ਸਮੇਂ ਲਈ ਰੁਕ ਸਕਦੀ ਹੈ ਅਤੇ ਕੈਦੀਆਂ ਦੀ ਰਿਹਾਈ ਹੋ ਸਕਦੀ ਹੈ। ਹਾਲਾਂਕਿ ਹੁਣ ਇਹ ਉਮੀਦ ਧੁੰਦਲੀ ਹੁੰਦੀ ਨਜ਼ਰ ਆ ਰਹੀ ਹੈ। ਹਮਾਸ ਨੇ ਬਚੇ ਹੋਏ ਇਜ਼ਰਾਈਲੀ ਕੈਦੀਆਂ ਦੇ ਨਾਮਾਂ ਦੀ ਸੂਚੀ ਦੇਣ ਤੋਂ ਵੀ ਇਨਕਾਰ ਕਰ ਦਿੱਤਾ, ਜਿਸ ਕਾਰਨ ਜੰਗਬੰਦੀ ਦੀ ਇਹ ਵਾਰਤਾ ਅੱਗੇ ਨਹੀਂ ਵਧ ਸਕੀ। ਇਜ਼ਰਾਈਲ ਅਤੇ ਹਮਾਸ ਵਿਚਕਾਰ ਪੈਦਾ ਹੋਇਆ ਇਹ ਵਿਵਾਦ ਹਜ਼ਾਰਾਂ ਲੋਕਾਂ ਦੀ ਜਾਨ ਲੈਣ ਤੋਂ ਬਾਅਦ ਵੀ ਨਹੀਂ ਸੁਲਝਿਆ। ਇਜ਼ਰਾਈਲ ਨੇ 130 ਕੈਦੀਆਂ ਦੀ ਰਿਹਾਈ ਦੇ ਬਦਲੇ ਰਮਜ਼ਾਨ ਦੇ ਮਹੀਨੇ ਦੌਰਾਨ ਗਾਜ਼ਾ ਵਿੱਚ 6 ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤੀ ਦਿੱਤੀ ਸੀ ਅਤੇ ਹਮਾਸ ਦਾ ਵਫਦ ਅੰਤਮ ਦੌਰ ਦੀ ਗੱਲਬਾਤ ਲਈ ਐਤਵਾਰ ਨੂੰ ਮਿਸਰ ਦੀ ਰਾਜਧਾਨੀ ਕਾਇਰਾ ਪਹੁੰਚਿਆ ਸੀ। ਅਮਰੀਕਾ ਨੇ ਵੀ ਇਸ ਪ੍ਰਸਤਾਵ ਨੂੰ ਉਤਸ਼ਾਹਜਨਕ ਦੱਸਿਆ ਸੀ ਅਤੇ ਉਮੀਦ ਜਤਾਈ ਸੀ ਕਿ ਗਾਜ਼ਾ ਵਿੱਚ ਲੜਾਈ ਜਲਦੀ ਹੀ ਰੁਕ ਸਕਦੀ ਹੈ। ਇਜ਼ਰਾਈਲੀ ਫੌਜ ਦੀ ਸਮੀਖਿਆ ਰਿਪੋਰਟ ਦੇ ਵਿੱਚ ਹਾਲ ਹੀ ਦੇ ਵਿੱਚ ਰਫਾਹ ਦੇ ਅੰਦਰ 118 ਲੋਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ। ਇਜ਼ਰਾਈਲੀ ਫੌਜ ਦੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਗਲਤਫਹਿਮੀ ਕਾਰਨ ਹੋਈ ਗੋਲੀਬਾਰੀ ਵਿੱਚ ਕੁਝ ਲੋਕ ਮਾਰੇ ਗਏ ਸਨ, ਪਰ ਇਸ ਤੋਂ ਬਾਅਦ ਮਚੀ ਭਗਦੜ ਵਿੱਚ ਜ਼ਿਆਦਾਤਰ ਲੋਕਾਂ ਦੀ ਮੌਤ ਹੋਈ ਹੈ। You see, our war is not against the people of Gaza.
our war is against Hamas. It is Hamas who started this war on October 7th. It is Hamas that had caused immense suffering to civilians on both sides of the border. The IDF has concluded an initial review of the unfortunate incident where Gazan civilians were trampled to death and injured as they charged to the aid convoy. Our initial review has confirmed that no strike was carried out by the IDF towards the aid convoy. The majority of Palestinians were killed or injured as a result of the stampede. From the information we gathered from the commanders and forces on the ground, our initial review has indicated that following the warning shots fired to disperse the stampede and after our forces had started retreating, several looters approached our forces and posed an immediate threat to them. According to the initial review, the soldiers responded towards several individuals. As a professional military committed to international law, we are committed to examining our operations thoroughly. We have opened an inquiry to examine the incident further, which will help us reduce the risk of such a tragic incident from occurring again during one of our humanitarian operations. The incident will be examined in the fact-finding and assessment mechanism, an independent, professional and expert body. For the sake of transparency, we will share updates as our examination develops, hopefully in the coming days. I want to make something clear. Our war is against Hamas, not against the people of Gaza. This is why we are facilitating aid, creating humanitarian corridors, establishing unilateral humanitarian pauses, and exercising caution in our use of force. ਤੇ ਉਧਰ ਦੂਜੇ ਪਾਸੇ ਅਲ ਨਾਸੇਰ ਹਸਪਤਾਲ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਅਤੇ ਸੈਂਕੜੇ ਜ਼ਖਮੀਆਂ ਦੀਆਂ ਲਾਸ਼ਾਂ ਉੱਤੇ ਗੋਲੀਆਂ ਦੇ ਨਿਸ਼ਾਨ ਪਾਏ ਗਏ ਹਨ। ਇਹ ਲੋਕ ਖਾਣੇ ਦੇ ਪੈਕੇਟ ਇਕੱਠੇ ਕਰਨ ਲਈ ਇਕੱਠੇ ਹੋਏ ਸਨ, ਜਿਨ੍ਹਾਂ ਉੱਤੇ ਇਜ਼ਰਾਈਲੀ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ। ਤਾਜ਼ਾ ਘਟਨਾਕ੍ਰਮ ਦੇ ਵਿੱਚ ਗਾਜ਼ਾ ਦੇ ਵਿੱਚ ਰਾਹਤ ਸਮੱਗਰੀ ਲੈ ਕੇ ਜਾ ਰਹੇ ਇੱਕ ਟਰੱਕ ਉੱਤੇ ਇਜ਼ਰਾਈਲੀ ਹਵਾਈ ਹਮਲੇ ਵਿੱਚ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਰਾਹਤ ਸਮੱਗਰੀ ਕੁਵੈਤ ਵੱਲੋਂ ਭੇਜੀ ਗਈ ਸੀ। ਸੰਯੁਕਤ ਰਾਸ਼ਟਰ ਨੇ ਇਸ ਹਮਲੇ ਦੀ ਨਿੰਦਿਆ ਕਰਦਿਆਂ ਇਸ ਨੂੰ ਚਿੰਤਾਜਨਕ ਦੱਸਿਆ ਹੈ। ਤਾਜ਼ਾ ਇਜ਼ਰਾਈਲੀ ਹਵਾਈ ਹਮਲੇ ਵਿੱਚ ਰਫਾ ਇਲਾਕੇ ਦੇ ਵਿੱਚ ਇੱਕ ਹੀ ਪਰਿਵਾਰ ਦੇ 14 ਲੋਕਾਂ ਦੇ ਮਾਰੇ ਜਾਣ ਦੀ ਵੀ ਖਬਰ ਹੈ। ਇਜ਼ਰਾਈਲ ਨੇ ਖਾਨ ਯੂਨਿਸ ਅਤੇ ਗਾਜ਼ਾ ਸ਼ਹਿਰ ਉੱਤੇ ਬੰਬਾਰੀ ਕੀਤੀ ਹੈ। ਕਾਰਵਾਈ ਦੇ ਵਿੱਚ ਖਾਨ ਯੂਨਿਸ ਦੇ ਵਿੱਚ ਹਮਾਸ ਦੇ 30 ਲੜਾਕੇ ਮਾਰੇ ਗਏ ਨੇ। ਬਿਊਰੋ ਰਿਪੋਰਟ। ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਜਾਣ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ। ਹਾਲ ਹੀ ਦੇ ਸਮੇਂ ਦੇ ਵਿੱਚ ਹਰ ਸਾਲ ਵਾਧੇ ਤੋਂ ਬਾਅਦ 2022 ਦੇ ਮੁਕਾਬਲੇ 2023 ਦੇ ਵਿੱਚ ਕੈਨੇਡੀਅਨ ਉੱਚ ਸਿੱਖਿਆ ਸੰਸਥਾਵਾਂ ਦੇ ਵਿੱਚ ਸ਼ਾਮਲ ਹੋਣ ਲਈ ਭਾਰਤੀਆਂ ਵੱਲੋਂ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਵਿੱਚ 15% ਤੋਂ ਵੱਧ ਦੀ ਗਿਰਾਵਟ ਆਈ ਹੈ। ਗਿਰਾਵਟ ਦੀ ਇਸ ਸਥਿਤੀ ਦੇ ਲਈ ਰਿਹਾਇਸ਼ ਦੀ ਸਮਰੱਥਾ ਦੇ ਨਾਲ ਦੋ ਪੱਖੀ ਤਣਾਅ ਨੇ ਅਹਿਮ ਭੂਮਿਕਾ ਨਿਭਾਈ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ 2023 ਦੇ ਲਈ ਅਧਿਐਨ ਪਰਮਿਟ ਅਰਜ਼ੀਆਂ ਪਿਛਲੇ ਸਾਲ 3,63,484 ਤੋਂ ਘਟ ਕੇ 3,07,603 ਰਹਿ ਚੁੱਕੀਆਂ ਨੇ, ਜੋ ਕਿ ਇੱਕ ਵੱਡਾ ਰਿਕਾਰਡ ਸੀ। ਸਿਟੀਜ਼ਨਸ਼ਿਪ ਲੈਣ ਦੇ ਲਈ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਘਟ ਕੇ 46% ਰਹਿ ਗਈ ਹੈ, ਜਿਸ ਸੰਬੰਧੀ ਮਾਹਿਰਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਦੇਖੋ, ਮੈਂ ਸਮਝਦਾ ਕਿ ਇਹ ਬੜਾ ਇੰਪੋਰਟੈਂਟ ਐਸਪੈਕਟ ਹੈਗਾ ਜਿਹਨੂੰ ਕਿ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈ। ਕਿਸੇ ਵੀ ਕੰਟਰੀ ਵਾਸਤੇ ਇਹ ਬੜਾ ਮੈਟਰ ਕਰਦਾ ਹੈ ਕਿ ਉੱਥੇ ਦਾ ਕੀ ਟ੍ਰੈਂਡ ਹੈਗਾ ਆ, ਕਿਉਂਕਿ ਸਿਟੀਜ਼ਨਸ਼ਿਪ ਲੈਣ ਦੇ ਨਾਲ ਇਸ ਤਰ੍ਹਾਂ ਹੈਗਾ ਕਿ ਕੰਟਰੀ ਨੂੰ ਫਰਕ ਪੈਂਦਾ ਹੈਗਾ, ਕਿਸੇ ਵੀ ਕੰਟਰੀ ਦਾ ਇੰਟਰਸਟ ਪਤਾ ਚੱਲਦਾ ਹੈ ਕਿ ਲੋਕ ਕਿੰਨਾ ਇੰਟਰਸਟ ਲੈ ਰਹੇ ਨੇ, ਔਰ ਉਸ ਤੋਂ ਇਲਾਵਾ ਪੋਲੀਟੀਸ਼ੀਅਨਸ ਵਾਸਤੇ ਬੜਾ ਮਾਇਨੇ ਰੱਖਦਾ ਹੈ, ਬਿਕੋਜ਼ ਅਲਟੀਮੇਟਲੀ ਵੋਟ ਬੈਂਕ ਤਾਂ ਸਿਟੀਜ਼ਨਸ ਦਾ ਹੀ ਹੈਗਾ, ਨਾ ਕਿ PR ਲੋਕਾਂ ਦਾ। ਔਰ ਅਗਰ ਸਿਟੀਜ਼ਨਸ਼ਿਪ ਲੈਣ ਵਾਲੇ ਲੋਕ ਘੱਟ ਜਾਣਗੇ ਤੇ ਵੋਟ ਬੈਂਕ ਵੀ ਘੱਟ ਜਾਏਗਾ, ਔਰ ਬਾਕੀ ਹੋਰ ਬਹੁਤ ਸਾਰੇ ਫੈਕਟਰਸ ਹੈਗੇ ਨੇ। ਹੁਣ ਅਗਰ ਟ੍ਰੈਂਡ ਦੇਖਿਆ ਜਾਵੇ, ਇੱਕ ਜ਼ਮਾਨਾ ਹੁੰਦਾ ਸੀ ਲੋਕ ਵੇਟ ਕਰਦੇ ਰਹਿੰਦੇ ਸੀ ਕਿ ਮੈਂ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੋਵਾਂ ਤਾਂ ਇਮੀਡੀਏਟਲੀ ਅਪਲਾਈ ਕਰਾਂ, ਤੇ ਇੰਡੀਵਿਜੂਅਲ ਫੈਕਟਰਸ ਹੈਗੇ ਨੇ, ਕੇਸ ਟੂ ਕੇਸ ਡਿਫਰ ਕਰਦਾ ਹੈਗਾ। ਪਰ ਜਿਹੜੇ ਜਨਰਲਾਈਜ਼ ਆਪਾਂ ਕਰ ਦਈਏ, ਦੇਖੋ ਇਸ ਤਰ੍ਹਾਂ ਹੁੰਦਾ ਹੈ ਕਿ ਕੋਈ ਵੀ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੂਸਰੀ ਕੰਟਰੀ ਦੀ ਲੈਂਦੇ ਹੋ ਤਾਂ ਹੀ ਲੈਂਦੇ ਹੋ ਜਦੋਂ ਤੁਹਾਨੂੰ ਉਹਦਾ ਬੜਾ ਇੱਕ ਐਡਵਾਂਟੇਜ ਨਜ਼ਰ ਆਉਂਦਾ ਹੈ।
ਹੁਣ ਕੀ ਹੋਇਆ ਹੈ ਕਿ ਓਵਰ ਦੀ ਪੀਰੀਅਡ ਆਫ ਟਾਈਮ ਜਿਹੜੀਆਂ ਟਾਈਮ ਦੇ ਨਾਲ ਬਾਕੀ ਕੰਟਰੀਜ਼ ਦੀਆਂ ਡਿਵੈਲਪਮੈਂਟਸ ਹੁੰਦੀਆਂ ਗਈਆਂ ਨੇ। ਇੰਡੀਆ ਦੀ ਐਗਜ਼ਾਮਪਲ ਲੈ ਲਓ। ਫੋਰ ਐਗਜ਼ਾਮਪਲ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਬੜਾ ਜ਼ਿਆਦਾ ਗੈਪ ਸੀਗਾ ਲਿਵਿੰਗ ਸਟੈਂਡਰਡਸ ਦੇ ਵਿੱਚ, ਇਕੋਨਮੀ ਦੇ ਵਿੱਚ, ਪੜ੍ਹਾਈ ਦੇ ਵਿੱਚ, ਹੋਰ ਬੜੇ ਡੈਮੋਕ੍ਰੈਟਿਕਲ ਫੈਕਟਰਸ ਹੈਗੇ ਨੇ, ਜਾਂ ਈਵਨ ਇਕਨੋਮਿਕਲੀ ਤੁਸੀਂ ਦੇਖੋ ਉਹ ਜਿਹੜਾ ਗੈਪ ਹੈਗਾ ਹੈ ਰਿਡਿਊਸ ਹੁੰਦਾ ਗਿਆ ਓਵਰ ਦੀ ਪੀਰੀਅਡ ਆਫ ਟਾਈਮ। ਅਫੋਰਡੇਬਿਲਿਟੀ ਇੱਕ ਚੀਜ਼ ਹੈ, ਹਾਊਸਿੰਗ ਦੂਸਰੀ ਚੀਜ਼ ਹੈ, ਡਿਸਿਪਲਿਨ ਐਂਡ ਲਾਅ ਐਂਡ ਆਰਡਰ ਇਜ਼ ਅਨਦਰ ਪੁਆਇੰਟ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜਿੱਥੇ ਕਿ ਲੋਕ ਲਿਓਰ ਹੁੰਦੇ ਸੀਗੇ ਇੱਥੇ ਆਉਣ ਵਾਸਤੇ। ਹੁਣ ਅੱਜ ਦੇ ਦਿਨ ਤੇ ਪਿਛਲੇ ਸਾਲਾਂ ਦਾ ਕੁਝ ਟ੍ਰੈਂਡ ਹੈ, ਮੈਂ ਕ੍ਰਿਟੀਕਲ ਨਹੀਂ ਹੋਣਾ ਚਾਹ ਰਿਹਾ, ਪਰ ਫੈਕਟ ਹੈਗਾ ਹੈ ਕਿ ਦੇਖੋ ਕਾਰਾਂ ਚੋਰੀ ਹੋ ਰਹੀਆਂ ਨੇ, ਘਰਾਂ ਦੇ ਵਿੱਚ ਅਗਰ ਕੁਝ ਚੋਰੀ ਹੋ ਜਾਂਦਾ ਹੈ ਤੇ ਪੁਲਿਸ ਨੂੰ ਵੀ ਕਾਲ ਕਰਦੇ ਹੋ, ਉਹ ਸਭ ਤੋਂ ਪਹਿਲਾਂ ਤੁਹਾਨੂੰ ਇੱਕੋ ਹੀ ਚੀਜ਼ ਪੁੱਛਦੇ ਨੇ ਕਿ ਤੁਹਾਨੂੰ ਤੇ ਕੋਈ ਫਿਜ਼ੀਕਲ ਉਹ ਨਹੀਂ ਹੋਇਆ ਹਾਰਮ। ਅਗਰ ਤੁਸੀਂ ਕਹਿ ਦਿੰਦੇ ਹੋ ਸਾਨੂੰ ਫਿਜ਼ੀਕਲ ਹਾਰਮ ਨਹੀਂ ਹੋਇਆ ਤੇ ਪੁਲਿਸ ਸ਼ਾਇਦ ਬਹੁਤ ਸਾਰੇ ਘੰਟੇ ਆਉਂਦੀ ਵੀ ਨਹੀਂ। ਸੋ ਇੱਕ ਜ਼ਮਾਨਾ ਸੀਗਾ ਕਿ ਲੋਕ ਇਹ ਐਗਜ਼ਾਮਪਲਸ ਕੋਟ ਕਰਦੇ ਹੁੰਦੇ ਸੀ ਕਿ ਤੁਸੀਂ ਪੁਲਿਸ ਨੂੰ ਫੋਨ ਕਰੋ, ਤੁਹਾਡੇ ਫੋਨ ਰੱਖਣ ਤੋਂ ਪਹਿਲਾਂ ਪੁਲਿਸ ਆ ਜਾਂਦੀ। ਸਿਟੀ ਆਫ ਸਰੀ ਨੇ ਹੇਟ ਕ੍ਰਾਈਮ ਨੀਤੀ ਦੇ ਵਿੱਚ ਕੁਝ ਸੋਧਾਂ ਕਰਨ ਦਾ ਐਲਾਨ ਕੀਤਾ, ਜਿਸ ਤਹਿਤ ਕਿਸੇ ਵੀ ਤਰ੍ਹਾਂ ਦਾ ਪ੍ਰਚਾਰ ਕਰਦਿਆਂ ਕਿਸੇ ਖਿਲਾਫ ਨਫ਼ਰਤ ਭਰੀ ਸ਼ਬਦਾਵਲੀ ਬੋਲੀ ਜਾਂ ਲਿਖੀ ਨਹੀਂ ਜਾ ਸਕਦੀ। ਹੇਟ ਕ੍ਰਾਈਮ ਵਿਰੁੱਧ ਆਵਾਜ਼ ਉਠਾ ਰਹੇ ਲੋਕ ਸਮਝਦੇ ਨੇ ਕਿ ਅਜਿਹਾ ਹੋਣ ਨਾਲ ਨਫ਼ਰਤੀ ਜ਼ੁਰਮ ਦੇ ਵਿੱਚ ਕਮੀ ਆਵੇਗੀ ਅਤੇ ਸ਼ਹਿਰ ਵਿੱਚ ਵੱਧ ਰਹੀ ਹਿੰਸਾ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। Acts against things like progress pride flags. These really erode the safety of people who are being attacked. Being banners attacking kind of queer and trans inclusions in school, protesting SOGI 123, which is a resource for BC schools used in all BC school districts. Israelis ਹੈ, Jewish community ਹੈ, ਯਹੂਦੀ ਕਮਿਊਨਿਟੀ ਹੈ, ਜਿਹੜਾ ਉਹਨਾਂ ਦੇ ਅਗੇਂਸਟ ਉਹਨਾਂ ਦਾ ਨੁਕਸਾਨ ਹੋ ਰਿਹਾ ਉਹਦੇ ਤੇ ਨੱਥ ਪਾਉਣ ਲਈ, ਜਾਂ ਆਪਣੀ ਜਿਹੜੀ ਇੰਡੀਜਨਸ ਕਮਿਊਨਿਟੀ ਹੈ ਉਹਨਾਂ ਦੇ ਅਗੇਂਸਟ ਜੋ ਕ੍ਰਾਈਮਸ ਹੁੰਦੇ ਆ ਉਹਨੂੰ ਰੋਕਣ ਲਈ ਤੇ ਇਹ ਜਿਹੜਾ ਉਹਨਾਂ ਨੇ ਆਪਣਾ ਮੈਨੂਅਲ ਅਪਡੇਟ ਕੀਤਾ ਜੀ। ਉਹਨਾਂ ਨੇ ਪੁਲਿਸ ਨੂੰ ਟ੍ਰੇਨਿੰਗ ਦੇਣੀ ਹੈ ਕਿ ਵੀ ਉਹਨਾਂ ਨੇ ਜਿਹੜੇ ਕਿਉਂਕਿ ਕੰਮ ਤਾਂ ਪੁਲਿਸ ਤੋਂ ਸ਼ੁਰੂ ਹੋਣਾ, ਜਦ ਉਹਨਾਂ ਨੇ ਸ਼ੁਰੂ ਤੋਂ ਇਨਵੈਸਟੀਗੇਟ ਕਰਨਾ ਕਿ ਵੀ ਜਦ ਉਹਨਾਂ ਕੋਲ ਕੰਪਲੇਂਟ ਆਊਗੀ ਤਾਂ ਉਹਨਾਂ ਨੇ ਇਨਵੈਸਟੀਗੇਟ ਕਿਸ ਤਰੀਕੇ ਨਾਲ ਕਰਨੇ ਆ ਤੇ ਉਹਨਾਂ ਦੀ ਜਿਹੜੀ ਸੋਚਣ ਦੀ ਤੇ ਦੂਰਅੰਦੇਸ਼ੀ ਕੀ ਹੋਣੀ ਚਾਹੀਦੀ ਹੈ। It was pretty clear that the RCMP felt the language previously was not clear enough for them to be able to come out and charge people who were displaying messages of hate very frequently out here. And so I'm hopeful that this will now give the police the teeth to be able to charge and convict. ਇੱਕ ਪਾਸੇ ਤੁਹਾਨੂੰ ਆਪਣੇ ਫਰੀडम ਆਫ ਸਪੀਚ, ਤੁਹਾਨੂੰ ਆਪਣਾ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀडम ਦੇ ਅਧੀਨ ਐਡਾ ਬੜਾ ਅਧਿਕਾਰ ਦਿੱਤਾ ਗਿਆ ਔਰ ਸਾਰਿਆਂ ਨਾਲੋਂ ਮੋਸਟ ਇੰਪੋਰਟੈਂਟ ਰਾਈਟ ਹੈ। ਤੇ ਦੂਜੇ ਪਾਸੇ ਆਪਾਂ ਲੋਕਾਂ ਦੇ ਅਗਰ ਵਿਚਾਰਾਂ ਦੇ ਪ੍ਰਗਟ ਕਰਨ ਦੇ ਉੱਪਰ ਆਪਾਂ ਉਹਨਾਂ ਤੇ ਪਾਬੰਦੀ ਲਾਵਾਂਗੇ ਤਾਂ ਹੋ ਸਕਦਾ ਉਹਨਾਂ ਦਾ ਜਿਹੜਾ ਫਰੀडम ਆਫ ਰਾਈਟ ਹੈ ਉਹਦੇ ਉੱਪਰ ਇੰਪੈਕਟ ਪਵੇ। ਸੋ ਇਹ ਜਿਹੜਾ ਬੈਲੈਂਸਿੰਗ ਐਕਟ ਹੈ ਇਹ ਕਿੰਨਾ ਵਧੀਆ ਤੇ later on down the road ਸਿੱਧ ਹੋਊਗਾ ਉਹ ਤਾਂ ਖੈਰ ਟਾਈਮ ਹੀ ਦੱਸੂਗਾ, ਪਰ ਰਾਈਟ ਨਾਓ ਇਟਸ ਅ ਬਿਗ ਚੈਲੰਜ ਵੀ ਜੇ ਕਿਸੇ ਦਾ ਬੱਚਾ ਕਹਿੰਦਾ ਜੀ ਮੈਂ ਗੇ ਹਾਂ ਜਾਂ ਕੋਈ ਕੁੜੀ ਕਹਿੰਦੀ ਜੇ ਮੈਂ ਲੈਸਬੀਅਨ ਹਾਂ ਤੇ ਓਬਵੀਅਸਲੀ ਗੱਲ ਹੈ ਪੰਜਾਬੀ ਪੇਰੈਂਟਸ ਨੂੰ ਕਈ ਵਾਰ ਇਹ ਗੱਲ ਪਚਦੀ ਨਹੀਂ, ਉਹਨਾਂ ਨੂੰ ਪਸੰਦ ਨਹੀਂ, ਤਾਂ ਉਹਦੀ ਸੋਚ ਬਦਲਣ ਲਈ ਉਹਨੂੰ ਕਹਿੰਦੇ ਆ ਕਿ ਵੀ ਤੂੰ ਆਪਣੀ ਕਾਉਂਸਲਿੰਗ ਕਰਵਾ, ਤੂੰ ਆਪਣੀ ਥੈਰੇਪੀ ਕਰਵਾ, ਹੈ ਨਾ। ਸੋ ਟਰੂਡੋ ਸਰਕਾਰ ਨੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਅੰਡਰ ਕੰਪਲਸ਼ਨ ਕੋਈ ਥੈਰੇਪੀ ਵਗੈਰਾ ਕਰਵਾਉਣ ਦੀ ਕਹਿੰਦੇ ਹੋ ਉਹਨੂੰ ਉਹਨਾਂ ਨੇ ਇਲੀਗਲ ਡਿਕਲੇਅਰ ਕੀਤਾ। It's abundantly clear that this needs to be taken more seriously and that these kinds of crimes are to be punished as hate crimes. ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਇੰਨਾ ਹੀ, ਤੇ ਹੁਣ ਮੈਨੂੰ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।